ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀ ਕੁਲ ਆਲਮ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਵਡ ਭਾਗੇ ਹਾਂ। ਗੁਰੂ ਦੀ ਬਖਸ਼ਿਸ਼ ਸਦਕਾ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ, ਸਾਰੇ ਸਟਾਫ ਦੇ ਸਹਿਯੋਗ ਦੇ ਨਾਲ ਅੱਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਲੜੀਵਾਰ ਗੁਰਮਤਿ ਵਿਚਾਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 59 ਸ਼ਬਦ ਉਹਨਾਂ ਦੀ ਕਥਾ ਵਿਚਾਰ ਆਰੰਭ ਹੋਣ ਜਾ ਰਹੀ ਹੈ। ਵੱਡੇ ਭਾਗ ਹਨ। ਸੋ ਸਤਿਗੁਰੂ ਰਹਿਮਤ ਕਰੇ, ਸਾਡੇ ਸਾਰਿਆਂ ਦੇ ਸਿਰ ਉੱਤੇ ਰਹਿਮਤ ਭਰਿਆ ਹੱਥ ਰੱਖ ਕੇ ਇਸ ਲੜੀਵਾਰ ਵਿਚਾਰ ਨੂੰ ਆਪਣੇ ਮਿਹਰ ਭਰਿਆ ਹੱਥ ਰੱਖ ਕੇ ਸਿਰ ਉੱਤੇ ਆਪ ਕਰਵਾ ਲੈਣ। ਅੱਜ ਇਸ ਵਿਚਾਰ ਦੀ ਆਰੰਭਤਾ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਜ ਦੇ ਮਹੀਨੇ ਦੀ ਵਿਚਾਰ ਤੋਂ ਆਰੰਭ ਕਰਾਂਗੇ। ਕੱਲ੍ਹ ਤੋਂ ਫਿਰ ਅਸੀਂ ਲੜੀਵਾਰ ਇੱਕ ਸ਼ਬਦ, ਜਿਸ ਤਰ੍ਹਾਂ ਪਹਿਲੇ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ, ਫਿਰ ਇਸੇ ਤਰ੍ਹਾਂ ਰਾਗ ਅਨੁਸਾਰ ਇੱਕ ਸ਼ਬਦ ਦੀ ਅਸੀਂ ਰੋਜ਼ਾਨਾ ਵਿਚਾਰ ਕਰਾਂਗੇ। ਸੋ ਆਓ ਅੱਜ ਦੇ ਪਾਵਨ ਮਹੀਨੇ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੁਰਫਤਿਹ ਦੇ ਨਾਲ ਸਾਂਝ ਬਣਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਇਸ ਮਹੀਨੇ ਦੇ ਅੰਦਰ ਕਿ ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਸ ਮਹੀਨੇ ਦੀ ਆਰੰਭਤਾ ਵਿੱਚ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ ਕੱਤਿਕ, ਅਸੀਂ ਕਹਿੰਦੇ ਹਾਂ ਕੱਤੇ ਦਾ ਮਹੀਨਾ, ਵੀ ਕੱਤੇ ਦਾ ਮਹੀਨਾ ਆਰੰਭ ਹੋਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਮਹੀਨੇ ਨੂੰ ਕੱਤਿਕ ਦਾ ਨਾਮ ਦਿੱਤਾ, ਕੱਤਿਕ। ਤੇ ਦੂਸਰੀ ਗੱਲ ਕੀਤੀ ਹੈ ਕਰਮਾਂ ਦੀ, ਕਰਮ ਕਮਾਵਣੇ। ਭਈ ਅਸੀਂ ਸਾਰੇ ਕਰਮ ਕਮਾਉਂਦੇ ਹਾਂ, ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ, ਕੋਈ ਚੰਗਾ ਕਰਮ ਕਮਾਉਂਦਾ, ਕੋਈ ਮਾੜਾ ਕਰਮ ਕਮਾਉਂਦਾ। ਗੁਰੂ ਸਾਹਿਬ ਕਹਿੰਦੇ ਜਿਹੋ ਜਿਹਾ ਕੋਈ ਕਰਮ ਕਮਾਉਂਦਾ ਨਾ, ਫਿਰ ਉਹੋ ਜਿਹਾ ਉਹਦੇ ਸੇਵਕ ਨੂੰ, ਉਹਦੇ ਪੈਦਾ ਕੀਤੇ ਹੋਏ ਜੀਵ ਨੂੰ ਉਹੋ ਜਿਹਾ ਹੀ ਉਹਦਾ ਫਲ ਪ੍ਰਾਪਤ ਹੁੰਦਾ ਹੈ। ਇਸ ਮਹੀਨੇ ਦੀ ਇੱਕ ਉਥਾਨਕਾ ਵੀ ਹੈ, ਕਿਉਂਕਿ ਇਸ ਸੰਸਾਰ ਦੇ ਉੱਤੇ ਜਿਹੜੇ ਪ੍ਰਮੁੱਖ ਧਰਮ ਸਨ, ਉਹਨਾਂ ਧਰਮਾਂ ਦੇ ਵਿੱਚੋਂ ਸਭ ਤੋਂ ਉੱਤਮ ਜਿਹੜਾ ਸੀ ਉਹ ਬ੍ਰਾਹਮਣ ਧਰਮ ਸੀ। ਅਤੇ ਉਹਨਾਂ ਦੇ ਜਿਹੜੇ ਪੰਡਤ ਸਨ ਉਹ ਵਹੀ ਖਾਤੇ ਖੋਲ੍ਹ ਕੇ ਫਿਰ ਦੱਸਦੇ ਸਨ ਕਿ ਭਾਈ ਤੇਰਾ ਸ਼ਨਿਸ਼ਰ ਭਾੜਾ, ਤੇਰਾ ਸ਼ੁੱਕਰ ਭਾਰਾ ਪਈ। ਅੱਜ ਵੀਰ ਦਾ ਦਿਨ ਹੈ,
ਤੇ ਜਦੋਂ ਇਹ ਉਥਾਨਕਾ ਬਣ ਗਈ ਸੰਸਾਰ ਦੇ ਉੱਤੇ, ਸਾਰਿਆਂ ਦੇ ਮਨਾਂ ਦੇ ਅੰਦਰ ਇਹ ਭਰਮ ਪੈ ਗਿਆ ਕਿ ਭਾਈ ਆਹ ਦਿਨ ਮਾੜਾ, ਆਹ ਚੰਗਾ। ਉਹਨਾਂ ਵਿੱਚੋਂ ਫਿਰ ਇੱਕ ਮਹੀਨਾ ਜਿਹੜਾ ਕੱਤਕ ਦਾ ਉਹ ਵੀ ਮਾੜਾ ਗਿਣਿਆ ਜਾਂਦਾ ਸੀ। ਉਸ ਸਮੇਂ ਦੇ ਪੰਡਤ ਲੋਕ ਇਹ ਗੱਲ ਆਖਦੇ ਸਨ ਕਿ ਜਿਹੜਾ ਮਨੁੱਖ ਕੱਤਕ ਦੇ ਮਹੀਨੇ ਵਿੱਚ ਜੰਮਿਆ ਨਾ, ਉਹਦੇ ਕਰਮ ਮਾੜੇ ਨੇ, ਉਹਦੇ ਦਰਸ਼ਨ ਕਰਨੇ ਮਾੜੇ ਨੇ, ਉਹਦਾ ਜੀਵਨ ਵਿਅਰਥ ਹੈ, ਉਹਦੇ ਭਾਗ ਕਦੇ ਚੰਗੇ ਨਹੀਂ ਬਣ ਸਕਦੇ। ਇਹ ਮਹੀਨੇ ਦੀ ਉਥਾਨਕਾ ਮੰਨੀ ਜਾਂਦੀ ਸੀ। ਇਹ ਹਰ ਘਰ ਦੇ ਵਿੱਚ ਇਹ ਗੱਲ ਸੀ ਕਿ ਜਿਹੜਾ ਇਸ ਮਹੀਨੇ ਵਿੱਚ ਜੰਮਿਆ ਨਾ, ਉਹ ਬੜਾ ਭੈੜਾ ਮਨੁੱਖ ਹੈ, ਉਹਦੇ ਕਰਮ ਚੰਗੇ ਨਹੀਂ, ਇਸ ਕਰਕੇ ਇਸ ਮਹੀਨੇ ਦੇ ਵਿੱਚ ਉਹ ਜਨਮ ਲਿਆ ਉਸ ਮਨੁੱਖ ਨੇ। ਫਿਰ ਜੇ ਕੋਈ ਮਰ ਜਾਂਦਾ ਤੇ ਕਹਿੰਦੇ ਇਹਨੇ ਜਿੰਨਾ ਮਰਜ਼ੀ ਧਰਮ ਕਰਮ ਕੀਤਾ ਹੋਵੇ, ਪਰ ਜੇ ਇਹ ਇਸ ਮਹੀਨੇ ਵਿੱਚ ਮਰ ਗਿਆ ਨਾ, ਤੇ ਇਸ ਮਹੀਨੇ ਦੇ ਦੌਰਾਨ ਮਰਿਆ ਹੋਇਆ ਮਨੁੱਖ ਫਿਰ ਸਵਰਗਪੁਰੀ ਨੂੰ ਨਹੀਂ ਜਾਂਦਾ, ਉਹ ਨਰਕਪੁਰੀ ਨੂੰ ਜਾਂਦਾ। ਇੰਨਾ ਭਰਮ ਪਾਇਆ ਹੋਇਆ ਸੀ। ਪਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਅੱਜ ਦੇ ਮਹੀਨੇ ਦੇ ਰਾਹੀਂ ਅੱਜ ਇਸ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤਾ, ਕਿਉਂਕਿ ਅਖੀਰ ਵਿੱਚ ਵੀ ਇਹ ਗੱਲ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਹੈ ਭਾਈ, ਇਹ ਮਹੀਨੇ, ਇਹ ਥਿੱਤਾਂ, ਇਹ ਵਾਰਾਂ ਉਹਨਾਂ ਵਾਸਤੇ ਭਲੇ ਨੇ ਜਿਹਦੇ ਉੱਤੇ ਪ੍ਰਮਾਤਮਾ ਦੀ ਰਹਿਮਤ ਹੋਵੇ, ਜਿਹਦੇ ਉੱਤੇ ਉਹ ਆਪਣਾ ਰਹਿਮਤ ਭਰਿਆ ਹੱਥ ਰੱਖ ਦੇਵੇ। ਉਹਦੇ ਵਾਸਤੇ ਫਿਰ ਸੰਸਾਰ ਦੇ ਉੱਤੇ ਸਾਰੇ ਦਿਨ ਮੁਹੂਰਤ ਵਾਰਾਂ ਸ਼ੁਭ ਨੇ, ਉਹਨੂੰ ਕਢਵਾਉਣਾ ਨਹੀਂ ਪੈਂਦਾ, ਉਹਨੂੰ ਪੱਤਰੀਆਂ ਨਹੀਂ ਵਜਾਉਣੀਆਂ ਪੈਂਦੀਆਂ ਕਿ ਭਾਈ ਪੱਤਰੀ ਵਾਜ ਦਿਓ। ਗੁਰੂ ਅਰਜਨ ਪਾਤਸ਼ਾਹ ਜੀ ਇਸ ਸ਼ਬਦ ਰਾਹੀਂ ਬਿਆਨ ਕਰਦੇ ਨੇ ਕਿ ਹੇ ਭਾਈ, ਕੱਤਿਕ ਕਰਮ ਕਮਾਵਣੇ। ਇਸ ਮਹੀਨੇ ਦੇ ਰਾਹੀਂ ਜਿਹੜਾ ਮਨੁੱਖ ਕਰਮ ਕਰਦਾ ਹੈ ਨਾ, ਜੇ ਉਹ ਧਾਰਮਿਕ ਕਰਮ ਕਰਦਾ ਹੈ ਉਹਨੂੰ ਧਰਮ ਦਾ ਫਲ ਪ੍ਰਾਪਤ ਹੁੰਦਾ ਹੈ। ਜੇ ਉਹ ਮੰਦ ਕਰਮ ਕਮਾਉਂਦਾ ਹੈ ਤੇ ਫਿਰ ਉਸੇ ਪ੍ਰਕਾਰ ਦਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਮਾਨੋ ਅਸੀਂ ਆਪਣੇ ਖੇਤਾਂ ਦੇ ਵਿੱਚ ਬੀਜ ਸੁੱਟ ਦਈਏ ਕਿੱਕਰਾਂ ਦਾ ਤੇ ਆਖੀਏ ਕਿ ਹੁਣ ਇਹਨੂੰ ਦਾਖਾਂ ਲੱਗਣ ਲੱਗ ਸਕਦੀਆਂ। ਨਹੀਂ ਭਾਈ, ਦਾਖਾਂ ਨਹੀਂ ਲੱਗਣਗੀਆਂ, ਉਹਨੂੰ ਕਿੱਕਰ ਦੇ ਨਾਲ ਕੰਡੇ ਹੀ ਲੱਗਣਗੇ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਇਸ ਮਹੀਨੇ ਦੇ ਰਾਹੀਂ ਜਿਹੜਾ ਮਨੁੱਖ ਕਰਮ ਜਿਹੜਾ ਕਮਾਉਂਦਾ ਏ, ਉਹੀ ਕਰਮ ਦਾ ਫਲ ਉਹਨੂੰ ਮਿਲਦਾ ਹੈ। ਦੂਜੀ ਉਥਾਨਕਾ ਇਹ ਕਿ ਜਿਸ ਤਰ੍ਹਾਂ ਪੰਡਤ ਨੇ ਭਰਮ ਪਾਇਆ ਹੋਇਆ ਸੀ, ਤੇ ਭਰਮ ਇਹ ਸੀ ਕਿ ਇਹਦੇ ਜਨਮ ਦੇ ਨਾਲ ਇਸ ਮਹੀਨੇ ਦੇ ਵਿੱਚ ਇਹਨੇ ਜਨਮ ਲਿਆ ਤੇ ਇਸ ਘਰ ਦੇ ਵਿੱਚ ਹੁਣ ਬੁਰਾ ਹੋਣਾ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਦੋਸ ਨਾ ਕਾਹੂ ਜੋਗ। ਕਹਿੰਦੇ ਤੂੰ ਹੁਣ ਕਿਸੇ ਨੂੰ ਦੋਸ਼ ਦੇਣ ਲੱਗ ਪਿਆ। ਅਸਲ ਵਿੱਚ ਕੀਤਾ ਪਾਈਏ ਆਪਣਾ। ਜਿਹੜਾ ਮਨੁੱਖ ਇਸ ਧਰਤੀ ਦੇ ਉੱਤੇ ਪੈਦਾ ਹੁੰਦਾ, ਜੋ ਉਹ ਕਰਮ ਕਰਦਾ ਉਹੀ ਉਹ ਪਾਉਂਦਾ। ਇੱਕ ਦੂਜੇ ਨੂੰ ਅਸੀਂ ਦੋਸ਼ ਨਹੀਂ ਦੇਣਾ। ਇਹ ਨਹੀਂ ਆਖਣਾ ਕਿ ਭਾਈ ਇਹਦੇ ਕਰਕੇ ਇਹ ਮੇਰੇ ਨਾਲ ਭਾਣਾ ਵਾਪਰਿਆ। ਕਈ ਵਾਰ ਸੰਸਾਰ ਦੇ ਉੱਤੇ ਐਸਾ ਸਾਡੇ ਨਾਲ ਵਾਪਰਿਆ ਤੇ ਅਸੀਂ ਹਰ ਵਾਰੀ ਦੋਸ਼ ਜਿਹੜਾ ਵਾ ਉਹ ਦੂਜੇ 'ਤੇ ਮੜ੍ਹ ਦਿੰਦੇ ਹਾਂ ਕਿ ਭਾਈ ਸ਼ਾਇਦ ਆਹ ਕਾਰਜ ਇਸ ਕਰਕੇ ਹੋਇਆ। ਮਾਨੋ ਸਾਡੇ ਨਾਲ ਕੋਈ ਸਫ਼ਰ ਕਰ ਰਿਹਾ, ਕੋਈ ਭਾਣਾ ਵਾਪਰ ਜਾਂਦਾ, ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਜਿਹੜਾ ਮੰਦ ਕਰਮੀ ਬੈਠਾ ਇਹਦੇ ਕਰਕੇ ਭਾਣਾ ਵਾਪਰ ਗਿਆ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਇਸ ਸੰਸਾਰ ਦੇ ਉੱਤੇ ਕੱਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕਹਿੰਦੇ ਹੋਰ ਕੋਈ ਨਹੀਂ ਇਸ ਸੰਸਾਰ ਦੇ ਉੱਤੇ, ਦੋਸ਼ੀ ਹੋਰ ਕੋਈ ਨਹੀਂ। ਐਵੇਂ ਨਾ ਕਿਸੇ ਦੇ ਉੱਤੇ ਆਖੋ ਕਿ ਭਾਈ ਫਲਾਣੇ ਦੇ ਕਰਕੇ ਮੇਰੇ ਉੱਤੇ ਭਾਣਾ ਵਾਪਰਿਆ। ਜਦੋਂ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਇਸ ਬਾਣੀ ਦੀ ਵਿਚਾਰ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਝਾਤੀ ਮਾਰੀ ਹੈ ਨਾ, ਤੇ ਜਦੋਂ 52 ਅੱਖਰੀ ਪੜ੍ਹਦੇ ਆ ਨਾ, ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਦੱਦੈ ਦੋਸ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜ ਨਾ। ਹੇ ਭਾਈ, ਜਿਹੜਾ ਮੈਂ ਕਰਮ ਕੀਤਾ ਨਾ ਉਹੀ ਮੈਨੂੰ ਮਿਲਿਆ। ਮੈਂ ਕਿੱਕਰਾਂ ਬੀਜੀਆਂ ਸਨ, ਫਿਰ ਹੁਣ ਕੰਡੇ ਮਿਲਣੇ ਨੇ, ਇਹਦੇ ਨਾਲ ਮੈਨੂੰ ਦਾਖਾਂ ਨਹੀਂ ਮਿਲਦੀਆਂ। ਮੈਂ ਹੁਣ ਜ਼ਹਿਰ ਬੀਜਿਆ ਤੇ ਜ਼ਹਿਰ ਹੀ ਮਿਲਣਾ, ਇਹਦੇ ਨਾਲ ਅੰਮ੍ਰਿਤ ਨਹੀਂ ਮੈਨੂੰ ਮਿਲ ਜਾਣਾ।
गुरु अर्जन पातशाह जी कहते भाई इस संसार के उत्ते जिहड़ा कर्म कमाया वो तेरे कर्मां करके तैनूं प्राप्त होया। एवें ये ना गल आख्या कर घर जाके कि भाई तुहाडे करके मैथों बंदगी नहीं हुंदी, तुहाडे झमेलियां करके मैं सारी दिहाड़ी कर्म करदा रहिंदा ते मैं रब दे घर विच जाके कदे मत्था नहीं टेकिया, कदे नहीं आख्या सतनाम श्री वाहिगुरू, कदे मूँह दे विचों नहीं निकलिया। मैं तो गुरु दरबार विच भी जाना तो मैं मंगदा तुहाडे वास्ते ही, पातशाह मैनूं धन दे दे, मेरा परिवार सुखी होवे। ते गुरु साहब कहंदे ये ना कह तू अपना कर्म निभाओ रहा, तो जे ये कर्म निभाउंदियां निभाउंदियां किते तू मंग लें कि सच्चे पातशाह दे दे फिर दाना सिर दान नाम दान। रोज़ाना मंगदे हैं ना, कदे आण के ये गल कह दे कि सच्चे पातशाह दे 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 मैनूं नाम दान दे, जिहदे नाल इस संसार दे उत्ते तेरी याद आ जावे, क्योंकि परमेश्वर ते भुल्लिया व्यापन सभे रोग। ये जिहड़े दुख उत्पन्न होए आ ना शरीर दे उत्ते, तन दे उत्ते, मन दे उत्ते, इहदा मुੱਢ जिहड़ा कारण है ना वो परमेश्वर नूं याद ना करना, परमेश्वर नूं भुल जाना। परमेश्वर ते भुल्लिया क्यों? क्योंकि असल में ये जीवन ही तां मिलिया से कि उस परमात्मा की बंदगी करनी है। गुरु साहब बख्शिश करते हैं, रोज़ाना असीं पढ़ते हैं भई प्राप्त मानख देहरिया, गोबिंद मिलन की एह तेरी बरिया। ये वारी जिहड़ी सी परमात्मा नूं मिलण दी सी, ते परमात्मा नूं मिलण वास्ते फिर वड्डे कीआं वड्डियाइयां, उच्चे दियां वड्डियाइयां करनियां पैणियां सन। सतगुरु वड्डा कर सलाही है, सतगुरु नूं वड्डा वड्डा करके जानना सी कि भाई इस धरती दे उत्ते सब तो वड्डा जिहड़ा सतगुरु है, क्योंकि वो परमेश्वर दा रूप है। ते ओहदी गोद विच बैठ के फिर ओहदी बंदगी सुननी, ओहदा सिमरन करना, ओहदा नाम जपना, ओहदे नाम दा अभ्यास करना, ये साडा कर्म बन जाना चाहिदा सी। क्योंकि जे कर्म ना बनिया, जे कदे ना आख्या कि सुन वड्डा आख्या सब कोई, कदे ना ये मन दे विच वसाया कि आखां जीवां विसरै मर जाऊं, मन दे विच कदे भी ये सोचिया ना, तो फिर इस संसार दे उत्ते तूं आत्मिक मौते मर जाना। फिर परमेश्वर ते भुल्लिया सारी जिंदगी जिहड़े तेरे तन दे उत्ते, तेरे मन दे उत्ते रोग उत्पन्न हो जाने, फिर तू हाय हाय करदा इस संसार दे उत्ते जाना। तो गुरु साहब कहते हैं कि हे भाई जदों परमेश्वर नूं भुल गया, तन दे उत्ते रोग आ गए, तो फिर जन्मां जमांतरां दे जिहड़े रोग है ना, बेमुख होए राम ते। जदों तू बेमुख हो गया, परमेश्वर नूं याद ना कीता, लगन जन्म विजोग। हुण जिहड़ी उथानका बनी सी ना कि इस महीने दे विच बालक जन्म लैंदा, ते भाई इस धरती दे उत्ते जदों बालक जन्म लैंदा ना, तो इस महीने विच उहनूं अपवित्र मन्निया गया, माड़ा गिणिया गया, मंद कर्मी, एक कर्मां दा माड़ा, जिन्हें इस महीने विच जन्म लै लिया। पर गुरु साहब कहंदे ने कि ये इस महीने की गल नहीं, ये जन्मां जमांतरां दी मैल है। जन्म जन्म की इस मन को मल लागी, काला हुआ शाह। क्यों लगी है? क्योंकि ये जिस जिस भी जूनी विच गया ना, उस जूनी का इन्हें प्रभाव कबूलिया। कई जन्म भाई कीट पतंगा, कई जन्म गज मीन कुरंगा। एक जन्म नहीं, कई जन्म इन्हें धारण किए आ। इत्थे हुण जिहड़ा शब्द आया ना, बेमुख होए राम ते लगन जन्म विजोग। जन्मां जमांतरां दा जिहड़ा वा वो रोग लग जाता तन दे उत्ते, मन वो प्रभाव नूं कबूल कर लैंदा। जदों ये 84 लाख जूनां दे विचों भटकदा भटकाउंदा मनुखा जन्म विच आउंदा ना, ते कई बार कह दिंदे आ कि ये जिहड़ा बालक जन्मिया ना, इहदा मुख वेखी ऐं लगदा निरा ही परमात्मा दा रूप, इहदे चेहरे ते नूर बड़ा, ये सोहना बड़ा। ये जम्मन लग्या हसदा है। जदों गुरु नानक पातशाह जी इस धरती के उत्ते आए ना, तो दौलतां दाई ने इस बालक नूं जन्म दवाया। तो जदों जन्म दवाया ना,
तो हुण ਮਹਿਤਾ कल्याण दास ਮਹਿਤਾ ਕਾਲੂ जी आण के ਕਹਿੰਦੇ ने दौलतां आ मैं तेरी झोली भर देवां, धन दे नाल झोली भर देवां। ये दरवाज़ा धन दा खुला ही, इधर हीरे जवाहरात ने, हर पासे वेख भंडार ही भंडार भरे ने। पटवारी सन, धन बहुत सी। कहंदे जिहड़ी भी मस्त चाहिदी है वो लै जा। तो फिर दाई ने आख्या सी कालू संसार दे उत्ते बच्चे ते बड़े मैं जन्माए, बड़ियां दा जन्म होया, पर ये एक अनोखा पुत्र पैदा होया तेरे घर। ਇਹਦੇ चेहरे उत्ते नूर ही नूर झलकदा। ਇਹ ਜਿਹੜਾ पुत्र पैदा होया ना, इस पुत्र दे चेहरे ते नूर आ। इस चेहरे दे उत्ते नूर वेख के मैं धन हो गई, मैं हुण रज गई हाँ। सारी जिंदगी मैं अपने धीआं पुत्रां दी कमाई, धीआं पुत्रां दे वास्ते कमाई कीती है, पर अज मैं धन हो गई, मेरे भाग सवले बन गए। हुण मैनूं तेरे धन की जरूरत नहीं, हुण मैनूं जिहड़ा धन चाहीदा सी वो मिल गया। भाव उत्थों हुण परमात्मा दे दर्शन हो गए सन। ते गुरु साहब कहंदे ने इस संसार दे उत्ते जिहड़ा मनुख 84 लाख जूनां दे विचों भोगदा होया इस धरती ते जन्म लैंदा, ते फिर उन्हां जूनां दा प्रभाव कबूल के आउंदा। जदों सप दा वो जहर उगलदा, कई जूनां ने, 84 लाख जूनां की कोई गिणती है, की जा सकती है। केवल एक दृष्टांत गुरु साहब ने भी दिता, इन्हां जूनां का कोई अंत नहीं। कई जन्म भए कीट पतंगा, कई जन्म जिहड़े ने इन्हां कीड़ियां मकोड़ियां दे विचों निकल के मैं आया, तो फिर उहदा प्रभाव कबूलिया। तो गुरु अर्जन पातशाह जी कहंदे फिर उन्हां प्रभाव करके ਜਿਹੜੇ पुराने जन्म ਦੇ ਵਿੱਚ पिछले जन्मां ਦੇ ਕਾਰਨ ਜਿਹੜੇ कर्म कमाए सन, ਉਹਨਾਂ कर्मां ਦੇ ਕਰਕੇ फिर बेमुख होए राम, ਤੇ फिर परमात्मा ਨੂੰ ਇਹ ਭੁੱਲ ਗਿਆ। इस धरती ਦੇ ਵਿੱਚ जन्म ਲੈ ਕੇ इस धरती ਦੇ ਉੱਤੇ, ਤੇ फिर याद ਕਿਹਨੂੰ ਕੀਤਾ? उस मालक ਨੂੰ नहीं, उस मालक ਤੋਂ बेमुख हो के फिर ਉਹਦੀਆਂ पैदा ਕੀਤੀਆਂ ਹੋਈਆਂ ਦਾਤਾਂ ਉਹਦੇ ਵੱਲ ਵੇਖ ਵੇਖ ਕੇ खुश ਹੁੰਦਾ ਏ। आखदा मैं बड़ा आनंद माणदा, भाई मैनू बड़ा सुख दिता, मेरा परिवार खुशहाल है। ये कुछ वेख के खुश हुंदा, परमात्मा नू भुल जांदा। पर एक कारण यही है कि पिछले कर्मां दे करके, कर्म भी दो प्रकार दे ने। एक जदों मनुख जन्म तो पहलां कमाउंदा, एक जदों जन्म लैके फिर कमाने शुरू करता। क्योंकि ये प्राप्त देही प्राप्त परमात्मा नू याद करके ते इस देही तो मुक्त होना, आत्मा ते परमात्मा का मिलाप कराउणा, ये देही का प्रमुख कारण है, जिहड़ी संसार दे लोग समझ नहीं सके, अजे तक नहीं समझ सके। अजे भी केवल पहरावे के रूप में धर्म नू धारण किया, मन करके कदे धारण नहीं किया। गुरु दे खालसे ने जदों अरदास का जिक्र किया, तो यही अरदास की लिखी है ना सिख रहत मर्यादा विच, मन नीवा ते मत उच्ची करनी। मत उच्ची का भाव यह है कि समझ आ जाए, पता चल जाए इस संसार के उत्ते मन के अंदर कि परमात्मा सब तो श्रेष्ठ है, तो मैनूं मनुखा जन्म मिलिया क्यों। तो गुरु साहब कहते हैं हे भाई ये समझण का यतन कर, तो अगे नाल ही बख्शिश करते हैं कि जदों इहदा विजोग हो जाता ना परमात्मा के नालों, तो जदों इनू समझ आउंदी है, तो फिर खिन मैं कौड़े होए गए जितड़े माया भोग। जिहड़े भोग भोगदा ना संसार दे विच ओहदी पैदा कीती हुई माया दे नाल, तो गुरु साहब कहते ने फिर इनू एक खिन विच कौड़े जिहड़े आ वो कुड़तण वाले महसूस होण लग जाते हैं। फिर कहता कि हुण मैनूं चंगे नहीं लगते, जदों इहदा तन जर आई जोबन हारिया, जदों इहदे उत्ते वडेपा आ गया, जवानी चले गई, फिर एको गल ही कहता, फिर पछतावा करदा ते नाल दूजिआं नूं दोष दिंदा कि तुहाडे करके मैं धर्म कर्म नहीं कमाया। हुण इस संसार दे उत्ते मेरी उम्र निकल गई, हुण मैथों बंदगी नहीं हुंदी, मैथों हुण बैठा नहीं जाता, मैनूं आसरा चाहिदा। फिर वो आसरा लैके ते
ਧਰਤੀ ਤੇ ਬੈਠਣ ਦਾ ਯਤਨ ਕਰਦਾ ਪਰ ਉਹਦੇ ਕੋਲ ਬੈਠਿਆ ਨਹੀਂ ਜਾਂਦਾ, ਫਿਰ ਦੂਜਿਆਂ ਨੂੰ ਦੋਸ਼ ਦਿੰਦਾ। ਤੇ ਗੁਰੂ ਸਾਹਿਬ ਕਹਿੰਦੇ ਫਿਰ ਜਦੋਂ ਦੋਸ਼ ਨਾਲ ਦਿੰਦਾ ਤੇ ਫਿਰ ਜਿਹੜੇ ਇਹਦੇ ਅੱਗੇ ਪਕਵਾਨ ਆਉਂਦੇ ਆ ਨਾ, ਫਿਰ ਕਹਿੰਦਾ ਹੁਣ ਮੈਨੂੰ ਇਹ ਚੰਗੇ ਨਹੀਂ ਲੱਗਦੇ, ਇਹ ਫਿੱਕੇ ਲੱਗਦੇ ਨੇ, ਕੌੜੇ ਲੱਗਦੇ ਨੇ। ਹੁਣ ਮਿੱਠਾ ਮੇਰੇ ਵਾਸਤੇ ਮਿਠਾਸ ਨਹੀਂ ਰਿਹਾ, ਜ਼ਹਿਰ ਬਣ ਗਿਆ, ਕਿਉਂਕਿ ਇਹਦੇ ਨਾਲ ਮੇਰੇ ਤਨ ਦੇ ਉੱਤੇ ਰੋਗ ਉਤਪੰਨ ਹੋ ਗਿਆ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਕਿਹਦੇ ਅੱਗੇ ਰੋਣਾ? ਇੱਥੇ ਕੋਈ ਵਿਚੋਲਾ ਨਹੀਂ ਪੈ ਸਕਦਾ। ਹੁਣ ਜੇ ਤੂੰ ਆਖੇ ਨਾ ਕਿ ਮੇਰਾ ਕੋਈ ਵਿਚੋਲਾ ਪੈ ਕੇ ਤੇ ਪਰਮਾਤਮਾ ਦੇ ਨਾਲ ਮਿਲਾਪ ਕਰਾ ਦੇ ਕਿ ਭਾਈ ਇਹਦੇ ਕਰਮ ਮਾੜੇ ਸਨ, ਇਹਦੇ ਕਰਮ ਨਾਸ ਕਰ ਦੇ। ਹੁਣ ਇੱਥੇ ਸੰਸਾਰ ਦੇ ਉੱਤੇ ਨਾ ਤੇ ਭੈਣ, ਨਾ ਤੇ ਭਾਈ, ਨਾ ਮਾਂ, ਨਾ ਪਿਓ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਕਿਸੇ ਨੇ ਵਿਚੋਲਗੀ ਨਹੀਂ ਕਰਨੀ। ਵਿੱਚ ਨਾ ਕੋਈ ਕਰ ਸਕੇ, ਕੋਈ ਵਿੱਚ ਵਿਚੋਲਾ ਨਹੀਂ ਪੈ ਸਕਦਾ। ਕਿਸ ਤੈ ਰੋਵੇ ਰੋਜ਼, ਕਿਉਂ ਲੇਲੜੀਆਂ ਕੱਢਦਾ ਹੁਣ ਪਰਿਵਾਰ ਦੇ ਅੱਗੇ, ਸੰਸਾਰ ਦੇ ਜੀਵਾਂ ਦੇ ਅੱਗੇ ਕਿ ਮੈਨੂੰ ਬਚਾ ਲਿਆ ਜਾਵੇ। ਗੁਰੂ ਸਾਹਿਬ ਕਹਿੰਦੇ ਨੇ ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਤੇਰੇ ਜਿਹੜੇ ਪਿਛਲੇਰੇ ਕਰਮ ਸਨ ਉਹਦੇ ਕਰਕੇ ਤੂੰ ਪਰਮਾਤਮਾ ਦੇ ਨਾਲੋਂ ਵਿਛੜ ਗਿਆ ਹੈ। ਹੁਣ ਇੱਥੇ ਕੋਈ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਹੋ ਸਕਦਾ, ਕਿਉਂਕਿ ਇਹ ਰੱਬ ਦੀ ਦਰਗਾਹ ਤੋਂ ਤੇਰੇ ਮੱਥੇ ਉੱਤੇ ਲੇਖ ਲਿਖੇ ਗਏ ਸਨ ਤੇ ਲਿਖੇ ਜਾ ਰਹੇ ਨੇ। ਹੁਣ ਇਹ ਨਹੀਂ ਕਿ ਜੇ ਤੂੰ ਇਹ ਸੋਚੇ ਕਿ ਸ਼ਾਇਦ ਮੇਰੇ ਮਨ ਉੱਤੇ, ਮੇਰੇ ਤਨ ਉੱਤੇ ਕੋਈ ਪ੍ਰਭਾਵ ਆ ਜਾਵੇ। ਗੁਰੂ ਕੇ ਪਿਆਰਿਆ, ਇਸ ਸੰਸਾਰ ਦੇ ਉੱਤੇ ਕੇਵਲ ਉਹ ਪਰਮਾਤਮਾ ਹੀ ਜਿਹਨੂੰ ਜਪਣ ਆਇਆ, ਉਹ ਪਰਮਾਤਮਾ ਹੀ ਤੇਰੇ ਲੇਖਾਂ ਨੂੰ ਬਦਲ ਸਕਦਾ, ਤੇਰੇ ਲੇਖਾਂ ਨੂੰ ਮੇਟ ਸਕਦਾ। ਨਹੀਂ ਤੇ ਇੱਥੇ ਕੋਈ ਵਿਚੋਲਾ ਨਹੀਂ ਬਣ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਵਡ ਭਾਗੀ, ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹੁਣ ਵੱਡੇ ਭਾਗ ਬਣ ਜਾਣ ਨਾ, ਕਿਤੇ ਤੈਨੂੰ ਸਤ ਸੰਗਤ ਪ੍ਰਾਪਤ ਹੋ ਜਾਵੇ ਤੇ ਫਿਰ ਤੇਰੇ ਉੱਤੇ ਜਿਹੜੇ ਵਿਯੋਗ ਨੇ, ਭਾਵ ਤੇਰੇ ਮੰਦ ਕਰਮਾਂ ਦੇ ਨਾਲ ਜਿਹੜੇ ਤੇਰੇ ਤਨ ਦੇ ਉੱਤੇ ਰੋਗ ਲੱਗੇ ਨੇ, ਤ੍ਰਿਸ਼ਨਾ ਦੀ ਅੱਗ ਲੱਗੀ ਹੈ, ਮਾਇਆ ਦੀ ਪਾਹ ਚੜੀ ਹੈ, ਇਹ ਫਿਰ ਉਤਰ ਜਾਣਗੇ, ਇਹ ਖਤਮ ਹੋ ਜਾਣਗੇ। ਤੇ ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਅਰਦਾਸ ਕਰਿਆ ਕਰ ਸਾਹਿਬ ਸੱਚੇ ਪਾਤਸ਼ਾਹ, ਮੈਂ ਤੇਰਾ ਸੇਵਕ ਹਾਂ, ਆਪਣੇ ਸੇਵਕ ਦੀ ਹੁਣ ਪੱਤ ਰੱਖ। ਮੈਂ ਤੇਰੇ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਰੱਖ ਲੈ, ਮੈਂ ਪਾਪੀ ਹਾਂ, ਔਗਣਾਂ ਦਾ ਭਰਿਆ ਹਾਂ, ਮੈਨੂੰ ਬੰਧਨਾਂ ਤੋਂ ਮੁਕਤ ਕਰ ਦੇ। ਕਤਿਕ ਹੋਵੈ ਸਾਧ ਸੰਗ, ਬਿਨਸੇ ਸਭੇ ਸੋਚ। ਤੇ ਭਾਈ, ਇਸ ਕੱਤਕ ਦੇ ਮਹੀਨੇ ਵਿੱਚ ਪੰਡਤ ਇਹ ਗੱਲ ਕਹਿੰਦਾ ਹੈ ਕਿ ਇਹ ਮਹੀਨਾ ਮਾੜਾ, ਜਿਹੜਾ ਇਹਦੇ ਵਿੱਚ ਜਨਮ ਲਿਆ ਜਾਂ ਮੌਤ ਲਈ, ਉਹਨੂੰ ਵਿਸ਼ਿਸ਼ਤਾਂ ਨਹੀਂ ਪ੍ਰਾਪਤ ਹੋਣੀਆਂ, ਉਹਨੂੰ ਨਰਕ ਮਿਲਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਜੇ ਕਿਤੇ ਤੂੰ ਇਸ ਮਹੀਨੇ ਵਿੱਚ ਆਣ ਕੇ 2 ਘੜੀਆਂ ਸਤ ਸੰਗ ਕਰ ਲਏ ਨਾ, ਤੇ ਫਿਰ ਇਸ ਸੰਸਾਰ ਦੇ ਉੱਤੇ ਜਿਹੜੇ ਤੇਰੇ ਉੱਤੇ ਤਨ ਦੇ ਉੱਤੇ ਰੋਗ ਨੇ ਉਹ ਸਾਰੇ ਖਤਮ ਹੋ ਜਾਣਗੇ। ਤੇਰੇ ਮਨ ਦੇ ਜਿਹੜੇ ਵਹਿਮ ਨੇ, ਭਰਮ ਨੇ, ਭੁਲੇਖੇ ਨੇ ਨਾ, ਜਿਹੜੇ ਪੰਡਤਾਂ ਨੇ ਪਾਏ ਨੇ, ਉਹ ਜਿਹੜੇ ਮਨ ਦੇ ਅੰਦਰ ਵਹਿਮ ਤੇ ਭਰਮ ਨੇ, ਉਹ ਨਿਕਲ ਜਾਣਗੇ। ਫਿਰ ਤੇ ਤੂੰ ਇਸ ਸੰਸਾਰ ਦੇ ਉੱਤੇ ਇਹ ਗੱਲ ਕਹੇਂਗਾ ਕਿ ਹਰ ਮਹੀਨਾ, ਹਰ ਵਾਰ, ਹਰ ਥਿਤ ਉਹ ਸ਼ੁਭ ਹੈ, ਪਰ ਉਦੋਂ ਜਦੋਂ ਤੂੰ ਸਤ ਸੰਗਤ ਵਿੱਚ ਜੁੜ ਬੈਠ ਜਾਏ। ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ, ਇਸ ਸੰਸਾਰ ਦੇ ਉੱਤੇ ਕਤਿਕ ਹੋਵੈ ਸਾਧ ਸੰਗ। ਲੋਕ ਕਹਿੰਦੇ ਨੇ ਕੱਤੇ ਦੇ ਵਿੱਚ ਧਰਮ ਕਰਮ ਕਰ, ਦਾਨ ਪੁੰਨ ਕਰ, ਤੇ ਤੇਰੇ ਜਿਹੜੇ ਕਰਮ ਨੇ ਉਹ ਨਾਸ ਹੋ ਜਾਣਗੇ। ਪਰ ਨਹੀਂ, ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਇਹ ਪੰਡਤ ਨੇ ਭੁਲੇਖਾ ਪਾਇਆ। ਧਰਮ ਕਰਮ ਤੇ ਤੂੰ ਕਰਨਾ, ਧਰਮ ਤੇ ਨਿਭਾਉਣਾ, ਦਾਨ ਪੁੰਨ ਵੀ ਕਰਨਾ, ਪਰ ਸਭ ਤੋਂ ਉੱਤਮ ਹੈ ਸਾਧ ਸੰਗਤ। ਤੇ ਇਸ ਸਾਧ ਸੰਗਤ ਦੇ ਵਿੱਚ ਆਣ ਕੇ ਜੁੜ ਬੈਠ, ਤੇ ਤੇਰੇ ਜਿਹੜੇ ਮੰਦ ਕਰਮ ਨੇ ਉਹ ਸਾਰੇ ਨਾਸ ਹੋ ਜਾਣਗੇ। ਸੋ ਅੱਜ ਦਾ ਇਹ ਪਾਵਨ ਬਚਨ ਹੈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਕਿ ਭਾਈ ਇਸ ਮਹੀਨੇ ਦੇ ਵਿੱਚ ਉਸ ਰੱਬ ਦੀ ਬੰਦਗੀ ਕਰਨ ਵਾਸਤੇ ਸਤ ਸੰਗਤ ਵਿੱਚ ਆ, ਪਰਮਾਤਮਾ ਨੂੰ ਵਿਸਾਰਨਾ। ਇਹ ਨਾ ਸਮਝ ਕਿ ਇਹ ਮਹੀਨਾ ਮਾੜਾ ਚੜ ਗਿਆ ਭਾਈ, ਇਹ ਸਭ ਉਹਦੇ ਹੱਥ ਵਿੱਚ ਹੈ। ਉਹ ਚਾਹੇ ਤੇ ਤੇਰੇ ਮੱਥੇ 'ਤੇ ਲਿਖੇ ਹੋਏ ਲੇਖ ਵੀ ਮਿਟਾ ਸਕਦਾ। ਇਹ ਉਹਦੇ ਅੰਦਰ ਇੰਨੀ ਤਾਕਤ ਹੈ। ਸੋ ਅੱਜ
ਗੁਰੂ ਸਾਹਿਬ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਰਹਿਮਤ ਕਾਰਨ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣ। ਕੁਝ ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਵਾ ਅੱਜ ਦੀ ਕਥਾ ਜਿਹੜੀ ਉਹ ਲੇਟ ਆਰੰਭ ਹੋਈ ਹੈ। ਕੱਲ੍ਹ ਤੋਂ ਪੂਰੇ 9 ਵਜੇ ਜਿਹੜੀ ਉਹ ਕਥਾ ਆਰੰਭ ਹੋ ਜਾਇਆ ਕਰੇਗੀ ਅਤੇ ਨਾਲ ਹੀ ਇਸ ਨੂੰ ਅਸੀਂ ਫੇਸਬੁੱਕ ਪੇਜ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਣੀ, ਉਸ ਪੇਜ ਦੇ ਉੱਤੇ ਵੀ ਅਸੀਂ ਲਾਈਵ ਜਿਹੜਾ ਉਹ ਕਰਾਂਗੇ। ਅੱਜ ਵੀ ਚੱਲ ਰਹੀ ਹੈ, ਅੱਜ ਵੀ ਕਥਾ ਜਿਹੜੀ ਹੈ ਉਹ ਚੱਲ ਰਹੀ ਹੈ ਲਾਈਵ, ਅਤੇ ਕੱਲ੍ਹ ਤੋਂ ਵੀ ਅਸੀਂ ਜਿਹੜਾ ਵਾ ਉਹਨੂੰ ਲਾਈਵ ਕਰਾਂਗੇ, ਰੋਜ਼ਾਨਾ ਹੀ ਲਾਈਵ ਕਰਾਂਗੇ। ਜਿਹੜੀ ਸੰਗਤ ਆ ਸਕਦੀ ਹੈ, ਗੁਰੂ ਘਰ ਵਿੱਚ ਹਾਜ਼ਰੀਆਂ ਭਰ ਸਕਦੀ ਹੈ, ਉਹ ਜ਼ਰੂਰ ਇਸ ਸਮੇਂ ਦੇ ਵਿੱਚ ਆਣ ਕੇ ਜਿਹੜਾ ਉਹ ਹਾਜ਼ਰੀਆਂ ਭਰਨ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਜਿਹੜੀ ਉਹ ਆ ਰਹੀ ਹੈ, ਉਹਦੇ ਸੰਬੰਧ ਵਿੱਚ ਇਹ ਪੂਰੇ 2 ਮਹੀਨੇ ਤਕਰੀਬਨ 62 ਦਿਨ ਜਿਹੜੀ ਲੜੀਵਾਰ ਕਥਾ ਚੱਲਣੀ ਹੈ। ਇਹਦੇ ਨਾਲ ਹੀ ਸਮੂਹ ਪ੍ਰਬੰਧਕ ਕਮੇਟੀ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਵੀਰ ਜੀ, ਸਰਦਾਰ ਅਮਰੀਕ ਸਿੰਘ ਵੀਰ ਜੀ, ਇਹਨਾਂ ਦੇ ਉਪਰਾਲੇ ਸਦਕਾ ਸਾਰੀ ਸੰਗਤ ਦੇ ਸਹਿਯੋਗ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਦੂਸਰਾ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਉਹ ਨਾਨਕਵਾੜੀ ਗੁਰਦੁਆਰਾ ਸਾਹਿਬ ਵਿਖੇ ਵੀ 31 ਅਕਤੂਬਰ ਤੋਂ ਲੜੀਵਾਰ ਇਤਿਹਾਸ ਦੀ ਕਥਾ ਜਿਹੜੀ ਉਹ ਸ਼ਾਮ ਨੂੰ ਚੱਲੇਗੀ। ਉਹ ਵੀ ਗੁਰਦੁਆਰਾ ਸਾਹਿਬ ਦੇ ਫੇਸਬੁੱਕ ਤੇ ਪੇਜ ਦੇ ਉੱਤੇ ਲਾਈਵ ਹੋਵੇਗੀ। ਜਿਹੜੀ ਸੰਗਤ ਹਾਜ਼ਰੀ ਭਰ ਸਕਦੀ ਉਹ ਜ਼ਰੂਰ ਭਰਨ। ਇਹ ਕਥਾ ਜਿਹੜੀ ਹੈ ਉੱਥੇ ਲੜੀਵਾਰ ਹੋਣੀ ਹੈ। ਉਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੰਪੂਰਨ ਇਤਿਹਾਸ ਹੈ ਉਹ 1 ਮਹੀਨੇ ਦੇ ਵਿੱਚ ਪੂਰਾ ਕੀਤਾ ਜਾਵੇਗਾ। ਜ਼ਰੂਰੀ ਬੇਨਤੀ ਹੈ ਕਿ ਜਿੱਥੇ ਸਤਿਕਾਰਯੋਗ ਵੀਰ ਜੀ ਇੰਨਾ ਵੱਡਾ ਉਪਰਾਲਾ ਕਰ ਰਹੇ ਨੇ, ਸਾਰੀ ਸੰਗਤ ਨੂੰ ਸਹਿਯੋਗ ਦੇਣ ਦੀ ਜ਼ਰੂਰਤ ਹੈ ਕਿ ਆਪ ਹਾਜ਼ਰੀਆਂ ਭਰ ਕੇ ਜਾਂ ਆਪਣੇ ਮੋਬਾਈਲ ਉੱਤੇ ਜਿਹੜਾ ਵਾ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਤੁਸੀਂ ਸਰਵਣ ਕਰੋ, ਜਾਂ ਫਿਰ ਗੁਰਦੁਆਰਾ ਸਾਹਿਬ ਦਾ ਜਾਂ ਸਾਡੇ ਜਿਹੜੇ ਪਰਸਨਲ YouTube ਦੇ ਜਿਹੜੇ ਪੇਜ ਨੇ ਉਹਦੇ ਉੱਤੇ ਜਾ ਕੇ ਵੀ ਤੁਸੀਂ ਸਬਸਕ੍ਰਾਈਬ ਕਰਕੇ ਤੇ ਰੋਜ਼ਾਨਾ ਕਥਾ ਜਿਹੜੀ ਹੈ YouTube 'ਤੇ ਵੀ ਸਰਵਣ ਕਰ ਸਕਦੇ ਹੋ। ਸੋ ਇਹ ਬਹੁਤ ਵੱਡਾ ਉਪਰਾਲਾ ਹੈ, ਜਿੱਥੇ ਲੜੀਵਾਰ ਲਾਈਵ ਜਿਹੜੀਆਂ ਨੇ ਜ਼ੂਮ ਐਪ ਦੇ ਉੱਤੇ ਪਿਛਲੇ 3 ਮਹੀਨਿਆਂ ਤੋਂ ਜਿਹੜੀਆਂ ਕਲਾਸਾਂ ਚੱਲ ਰਹੀਆਂ ਨੇ, ਇਹ ਵੀ ਬਹੁਤ ਵੱਡਾ ਉਪਰਾਲਾ ਹੈ ਸਮੁੱਚੀ ਬੜੌਦੇ ਦੀ ਸੰਗਤ ਦਾ। ਸੋ ਦਾਸ ਸਮੁੱਚੀ ਟੀਮ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਕਿ ਆਪ ਸਭ ਸੰਗਤਾਂ ਨੇ ਬੜਾ ਭਰਵਾਂ ਸਹਿਯੋਗ ਦਿੱਤਾ ਅਤੇ ਦੇ ਰਹੀਆਂ ਜੀ। ਖਾਸ ਕਰਕੇ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਸਾਹਿਬ ਅਤੇ ਸਰਦਾਰ ਅਮਰੀਕ ਸਿੰਘ ਵੀਰ ਜੀ, ਜਿਨ੍ਹਾਂ ਨੇ ਇਹ ਸਮੁੱਚੀ ਸੇਵਾ ਜਿਹੜੀ ਉਹ ਨਿਭਾ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸੋ ਆਉਣ ਵਾਲੇ ਦਿਨਾਂ 'ਚ ਆਪ ਜੀ ਦੇ ਸਹਿਯੋਗ ਦੀ ਆਸ ਵਿੱਚ ਆਓ ਅੰਤ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।